ਪਿਛਲੇ ਸਮੇਂ 'ਚ ਜੋ ਕੁਛ ਹੋਇਆ ਤੁਸੀਂ ਸਭ ਜਾਣਦੇ ਹੋ ਕਿਵੇਂ ਦੀਪ ਸਿੱਧੂ ਜੀ ਦੇ ਜਾਣ ਤੋਂ ਬਾਅਦ ਸਾਰਿਆਂ ਦੀਆਂ ਇੱਕਦਮ ਅੱਖਾਂ ਖੁੱਲ੍ਹ ਗਈਆਂ। ਉਹਨਾਂ ਦੇ ਪ੍ਰਤੀ ਪਿਆਰ ਜਾਗ ਗਿਆ, ਆਪਣੇ ਕੌਮ ਦੇ ਪ੍ਰਤੀ ਪਿਆਰ ਜਾਗ ਗਿਆ। ਉਸ ਰੂਹ ਨੂੰ ਸਭ ਨੇ ਪਹਿਚਾਣ ਲਿਆ ਕਿਵੇਂ, ਅਤੇ ਸਭ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ, ਸਭ ਨੇ ਦੁੱਖ ਮਨਾਇਆ, ਰੋਸ ਕੀਤਾ, ਬਹੁਤ ਕੁਛ ਕੀਤਾ। ਉਹਨਾਂ ਦੇ ਨਾਮ ਦੇ ਸਟਿੱਕਰਸ ਬਣਾਏ, ਉਹਨਾਂ ਦੇ ਨਾਮ ਦੇ ਟੈਟੂ ਬਣਵਾਏ। ਬਟ ਗੱਲ ਅੱਜ ਇਹ ਦੇਖਣ ਵਾਲੀ ਆ ਕਿ ਜਦੋਂ ਬੰਦਾ ਜਿਉਂਦਾ ਹੁੰਦਾ ਉਦੋਂ ਕੋਈ ਕਦਰ ਨਹੀਂ ਪੈਂਦੀ, ਉਦੋਂ ਸਾਰਿਆਂ ਦੀ ਅੱਖਾਂ 'ਚ ਪੱਟੀਆਂ ਬੰਨੀਆਂ ਹੁੰਦੀਆਂ। ਜਦੋਂ ਹੀ ਬੰਦਾ ਚਲਾ ਜਾਂਦਾ ਇਸ ਦੁਨੀਆ ਤੋਂ ਉਹਦੀ ਕੀਮਤ ਵੱਧ ਜਾਂਦੀ ਹੈ। ਫਿਰ ਲੱਗਦਾ ਹੈ ਕਿ ਯਾਰ ਇਹ ਨਹੀਂ ਹੋਣਾ ਚਾਹੀਦਾ ਸੀ। ਕਿਉਂ ਉਹ ਬੰਦਾ, ਉਹ ਇਨਸਾਨ, ਉਹ ਰੂਹ ਸਾਡੇ ਤੋਂ ਅਲੱਗ ਹੋ ਗਈ? ਕਿਉਂ ਉਹ ਸਾਡੇ ਤੋਂ ਦੂਰ ਚਲਾ ਗਿਆ? ਉਹਨੂੰ ਇੱਥੇ ਹੀ ਹੋਣਾ ਚਾਹੀਦਾ ਸੀ। ਉਹ ਸਾਡੇ ਲਈ ਬਹੁਤ ਕੁਝ ਕਰ ਰਿਹਾ ਸੀ, ਸਾਡੀ ਆਵਾਜ਼ ਬੁਲੰਦ ਕਰ ਰਿਹਾ ਸੀਗਾ। ਲੋਕਾਂ ਨੇ ਕਹਿਣਾ ਸ਼ੁਰੂ ਕਰਤਾ, ਲੋਕਾਂ ਨੇ ਸਮਝਣਾ ਸ਼ੁਰੂ ਕਰਤਾ ਕਿ ਅਸੀਂ ਉਹਨਾਂ ਦੀ ਸੋਚ 'ਤੇ ਪਹਿਰਾ ਦੇਵਾਂਗੇ ਅਤੇ ਉਹ ਜੋ ਚਾਹੁੰਦੇ ਸੀ ਉੱਦਾਂ ਦਾ ਬਣਨ ਦੀ ਕੋਸ਼ਿਸ਼ ਕਰਾਂਗੇ ਜਾਂ ਉਸ ਸੋਚ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ, ਰਾਈਟ। ਬਟ ਗੱਲ ਇਹ ਆ ਕਿ ਸਾਨੂੰ ਉਸ ਚੀਜ਼ ਤੋਂ ਸਾਰੇ ਜੋ ਵਿਊ ਹੋਇਆ ਉੱਥੇ, ਜੋ ਕੁਛ ਵੀ ਇਸ ਕੇਸ ਤੋਂ ਸਾਨੂੰ ਸਿੱਖਣ ਤੋਂ ਕੀ ਮਿਲਦਾ ਹੈ? ਸਾਨੂੰ ਸਿੱਖਣ ਨੂੰ ਇਹ ਮਿਲਦਾ ਹੈ ਕਿ ਇੱਕ ਜਾਨ ਕਿੰਨੀ ਇੰਪੋਰਟੈਂਟ ਹੁੰਦੀ ਆ। ਭਾਵੇਂ ਉਹ ਸਾਡੇ ਲਈ ਬਹੁਤ ਕੁਛ ਕਰ ਰਿਹਾ ਸੀ, ਠੀਕ ਆ, ਅੱਜ ਉਹ ਸਾਡੀ ਕੌਮ ਲਈ ਬਹੁਤ ਇੰਪੋਰਟੈਂਟ ਬਣ ਗਿਆ, ਰਾਈਟ। ਬਟ ਅਗਰ ਅਸੀਂ ਇੱਦਾਂ ਹੀ ਹੋਰ ਵੀ ਜਿਹੜੇ ਜੀਵ ਹੈਗੇ ਆ ਉਹਨਾਂ ਦੀ ਐਜ਼ ਅ ਪਰਸਨਲ ਪੁਆਇੰਟ ਆਫ ਵਿਊ ਨਾਲ ਵੇਖੀਏ ਤਾਂ ਹਰ ਇੱਕ ਬੰਦੇ ਦੀ ਜਾਨ ਇੰਪੋਰਟੈਂਟ ਆ। ਲਾਈਕ ਉਹਨਾਂ ਦੀ ਫੈਮਿਲੀ ਨੂੰ ਇੰਪੋਰਟੈਂਟ ਆ, ਜਿਨ੍ਹਾਂ ਦਾ ਪੁੱਤ ਚਲਾ ਗਿਆ, ਜਿਨ੍ਹਾਂ ਦਾ ਭਰਾ ਚਲਾ ਗਿਆ, ਉਹ ਹਰ ਇੱਕ ਬੰਦਾ ਆਪਣੀ ਆਪਣੀ ਫੈਮਿਲੀ 'ਚ ਉਹ ਇਨਸਾਨ ਆਪਣੇ ਏਰੀਆ 'ਚ ਵੀ ਮਾਇਨੇ ਰੱਖਦਾ ਆ। ਹਰ ਇੱਕ ਬੰਦੇ ਦੀ ਇੰਪੋਰਟੈਂਸ ਹੁੰਦੀ ਹੈ, ਹਰ ਇੱਕ ਬੰਦੇ ਦੀ ਵੈਲਿਊ ਹੁੰਦੀ ਆ, ਚਾਹੇ ਉਹ ਕੁਛ ਵੀ ਨਹੀਂ ਕਰ ਰਿਹਾ ਸਾਡੇ ਲਈ, ਸਟਿਲ ਆਪਣੀ ਫੈਮਿਲੀ ਲਈ ਤਾਂ ਇੰਪੋਰਟੈਂਟ ਹੈ ਨਾ। ਫਿਰ ਉਹਦੇ ਜਾਣ ਤੋਂ ਬਾਅਦ ਹੀ ਸਾਨੂੰ ਕਿਉਂ ਦੁੱਖ ਹੁੰਦਾ ਹੈ? ਅੱਜ ਗੱਲ ਐਗਜ਼ਾਮਪਲ ਭਾਵੇਂ ਦੀਪ ਸਿੱਧੂ ਜੀ ਦਾ ਹੈ, ਬਟ ਮੈਂ ਇਹ ਗੱਲ ਰਿਲੇਟ ਕਰਨਾ ਚਾਹੂੰਗੀ ਯੂਕਰੇਨ ਵਾਰ ਦੇ ਨਾਲ। ਯੂਕਰੇਨ ਅਤੇ ਰਸ਼ੀਆ ਦੀ ਵਾਰ ਨਾਲ ਰਿਲੇਟ ਇਸ ਕਰਕੇ ਕਰਨਾ ਚਾਹੂੰਗੀ ਕਿ ਅੱਜ ਸਾਰੇ ਦੇ ਸਾਰੇ ਜਿੰਨੀ ਵੀ ਦੁਨੀਆ 'ਚ ਬੈਠੇ ਹੋਏ ਆ, ਅਮੈਰੀਕਾ, ਆਸਟ੍ਰੇਲੀਆ ਜਾਂ ਕੈਨੇਡਾ ਜਾਂ ਨਿਊਜ਼ੀਲੈਂਡ ਜਾਂ ਇੰਡੀਆ ਇਨਫੈਕਟ ਜਾਂ ਕਿਤੇ ਵੀ ਬੈਠੇ ਹੋਏ ਆ, ਸਾਰੇ ਬੈਠ ਕੇ ਸਿਰਫ ਔਰ ਸਿਰਫ ਨਿਊਜ਼ ਦੇਖ ਰਹੇ ਹੈ ਕਿ ਹੁਣ ਕੀ ਹੋਇਆ, ਹੁਣ ਕੀ ਅਗਲਾ ਕੀ ਹੋਊਗਾ, ਕਿ ਕਿੱਥੇ ਤੱਕ ਗੱਲ ਪਹੁੰਚੀ, ਕੌਣ ਮਰੇ, ਕਿੰਨੇ ਮਰੇ, ਕੀ ਹੋਇਆ, ਕੀ ਸਟੇਟਮੈਂਟਸ ਆਈਆਂ, ਰਾਈਟ। ਬਸ ਇੱਥੇ ਤੱਕ ਹੀ ਸੀਮਿਤ ਰਹਿ ਗਈ ਕਿ ਅਸੀਂ ਬਸ ਦੇਖ ਰਹੇ ਹਾਂ ਕਿ ਕਿਹੜੀ ਮਿਸਾਈਲ ਆਈ, ਕਿਹੜੀ ਗਈ, ਕਿੰਨੇ ਸੈਨਿਕ ਮਰੇ, ਕਿੰਨੇ ਨਹੀਂ ਮਰੇ, ਕਿਹਦੇ ਜ਼ਿਆਦਾ ਮਰੇ, ਕਿਹਦੇ ਘੱਟ ਮਰੇ, ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ। ਅਸੀਂ ਸਾਰੇ ਜਿੰਨੇ ਵੀ ਬੈਠੇ ਹੋਏ ਹਾਂ ਜਾਂ ਫਿਰ ਕਹਿ ਲਓ ਮੀਡੀਆ ਵਾਲੇ ਸਿਰਫ ਤਮਾਸ਼ਾ ਦਿਖਾ ਰਹੇ ਆ, ਤਮਾਸ਼ਾ ਦੇਖ ਰਹੇ ਆ, ਬਸ ਇਹੀ ਚੱਲ ਰਿਹਾ ਆ। ਕਿਸੇ ਨੂੰ ਗੱਲ ਸਮਝ ਹੀ ਨਹੀਂ ਆ ਰਹੀ। ਜਿਵੇਂ ਦੀਪ ਸਿੱਧੂ ਜੀ ਦੀ ਕਿਸੇ ਨੂੰ ਗੱਲ ਸਿਰਫ ਸੁਣਨ 'ਚ ਅੱਛੀ ਲੱਗ ਰਹੀ ਸੀ, ਸਮਝਣ ਨੂੰ ਅੱਛੀ ਲੱਗ ਰਹੀ ਸੀ, ਦੇਖਣ ਨੂੰ ਅੱਛੀ ਲੱਗ ਰਹੀ ਸੀ, ਲੇਕਿਨ ਉਸ ਗੱਲ ਨੂੰ ਤਾਂ ਕੋਈ ਫੋਲੋ ਨਹੀਂ ਕਰ ਰਿਹਾ ਸੀ ਉਸ ਟਾਈਮ। ਉਹਨਾਂ ਦੇ ਜਾਣ ਤੋਂ ਬਾਅਦ ਹੀ ਸਭ ਨੂੰ ਲੱਗਣਾ ਸ਼ੁਰੂ ਹੋਇਆ ਕਿ ਹੁਣ ਸਾਨੂੰ ਫੋਲੋ ਕਰਨਾ ਚਾਹੀਦਾ ਹੈ, ਉਸ ਗੱਲ 'ਤੇ ਪਹਿਰਾ ਦੇਣਾ ਚਾਹੀਦਾ ਹੈ। ਇਵੇਂ ਹੀ ਯੂਕਰੇਨ ਅਤੇ ਰਸ਼ੀਆ ਦੀ ਵਾਰ ਨੂੰ ਇੱਕ ਵਰਲਡ ਵਾਰ ਦਾ ਨਾਮ ਦਿੱਤਾ ਜਾ ਰਿਹਾ ਹੈ। ਇਹ ਵਰਲਡ ਵਾਰ ਕਹਿਣ ਨੂੰ ਤਾਂ ਬਹੁਤ ਛੋਟਾ ਵਰਡ ਆ, ਲੇਕਿਨ ਜਦੋਂ ਤੁਸੀਂ ਇਹਨੇ ਇਮੈਜਿਨ ਕਰੋਗੇ ਜਾਂ ਸੋਚੋਗੇ, ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਉੱਪਰ ਵੀ ਇਹ ਵਾਰ ਆ ਸਕਦੀ ਹੈ। ਇਸ ਚੀਜ਼ ਨੂੰ ਮੈਨੂੰ ਨਹੀਂ ਸਮਝ ਆ ਰਿਹਾ ਕਿ ਲੋਕ ਇੰਨੇ ਹਲਕੇ 'ਚ ਕਿਉਂ ਲੈ ਰਹੇ ਨੇ ਕਿ ਉਹਨਾਂ ਦੀ ਲੜਾਈ ਹੋ ਰਹੀ ਹੈ, ਕਿੱਥੇ ਤੱਕ ਪਹੁੰਚੀ, ਕੀ ਹੋ ਰਿਹਾ ਹੈ, ਕਦੋਂ ਰੁਕੇਗੀ ਨਹੀਂ ਰੁਕੇਗੀ, ਨਿਊਕਲੀਅਰ ਬੰਬ ਛੱਡਿਆ ਕਿ ਨਹੀਂ ਛੱਡਿਆ, ਦੈਟਸ ਇਟ। ਸਭ ਇੱਕ ਪੋਪੂਲਰ ਟਰੈਂਡਿੰਗ ਟੌਪਿਕ ਬਣਿਆ ਹੋਇਆ, ਬਟ ਕਿਉਂ ਨਹੀਂ ਲੋਕ ਇਸ ਗੱਲ 'ਤੇ ਬਹੁਤ ਡੀਪਲੀ ਸੋਚ ਰਹੇ। ਅੱਜ ਜੇ ਦੀਪ ਸਿੱਧੂ ਜੀ ਸਾਡੇ ਵਿੱਚ ਹੁੰਦੇ ਤਾਂ ਆਈ ਥਿੰਕ ਸਭ ਤੋਂ ਅੱਗੇ ਉਹਨਾਂ ਨੇ ਹੀ ਆਉਣਾ ਸੀਗਾ। ਪਹਿਲਾਂ ਉਹਨਾਂ ਨੇ ਭਾਵੇਂ ਮੋਰਚੇ ਤੋਂ ਸ਼ੁਰੂ ਕਰਨੀ ਸੀ ਗੱਲ, ਬਟ ਉਹਨਾਂ ਨੇ ਜ਼ਰੂਰ ਸ਼ੁਰੂ ਕਰਨੀ ਸੀ। ਉਹਨਾਂ ਨੇ ਆਪਣੇ ਬਿਆਨ ਦੇਣੇ ਸੀਗੇ, ਉਹਨਾਂ ਨੇ ਆਪਣੇ ਪੁਆਇੰਟ ਆਫ ਵਿਊ ਰੱਖਣਾ ਸੀਗਾ, ਉਹਨਾਂ ਨੇ ਲੋਕਾਂ ਨੂੰ ਇਕੱਠੇ ਕਰਨਾ ਸੀ ਅਗੇਂਸਟ ਦਿਸ ਵਾਰ। ਕਿਉਂਕਿ ਇਹ ਵਰਲਡ ਵਾਰ ਜੋ ਹੈ ਉਹ ਜੇ ਅੱਜ ਦੋ ਸਟੇਟਸ ਵਿੱਚ, ਦੋ ਕੰਟਰੀਜ਼ ਵਿੱਚ ਹੋ ਰਹੀ ਹੈ ਅਤੇ ਕੱਲ੍ਹ ਨੂੰ
ਡੈਫੀਨੇਟਲੀ ਸੋਚੋ ਬੈਠ ਕੇ, ਇਹ ਸਾਡੀ ਕੰਟਰੀ 'ਚ ਵੀ ਆ ਸਕਦੀ ਹੈ, ਹੋਰ ਨਾਲ ਦੀ ਕੰਟਰੀ ਪੋਲੈਂਡ ਜਾਂ ਫਰਾਂਸ, ਇੱਧਰ ਉੱਧਰ ਸਭ ਇੱਕ ਦੂਜੇ ਨਾਲ ਜੇ ਲੜਨਾ ਸ਼ੁਰੂ ਕਰ ਦੇਣਗੇ ਤਾਂ ਸਾਡੇ ਇੰਡੀਆ ਤੱਕ ਵੀ ਆ ਸਕਦੀ ਹੈ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕਿਤੇ ਤੱਕ ਵੀ ਵਰਲਡ ਵਾਰ ਜਾ ਸਕਦੀ ਹੈ ਜੇ ਇਸ ਰਸ਼ੀਆ ਕੰਟਰੀ ਨੂੰ ਉੱਥੇ ਤੱਕ ਹੀ ਉੱਥੇ ਜਾ ਕੇ ਨਾ ਰੋਕਿਆ ਜਾਵੇ। ਮੈਨੂੰ ਨਹੀਂ ਸਮਝ ਆ ਰਹੀ ਲੋਕ ਇੰਨੇ ਹਲਕੇ 'ਚ ਕਿਉਂ ਲੈ ਰਹੇ ਨੇ ਇਸ ਗੱਲ ਨੂੰ। ਵਰਲਡ ਵਾਰ ਇੱਕ ਨਾਮ ਹੀ ਆਪਣੇ ਆਪ 'ਚ ਬਹੁਤ ਹੀ ਖਤਰਨਾਕ ਹੈ। ਜਿਨ੍ਹਾਂ ਨਾਲ ਬੀਤੀਆਂ ਪੁਰਾਣੇ ਸਮਿਆਂ 'ਚ, ਪੁਰਾਣੇ ਵਰਲਡ ਵਾਰ ਵਿੱਚ 1 ਜਾਂ 2 ਵਿੱਚ, ਉਹਨਾਂ ਨੂੰ ਹੀ ਪਤਾ ਕਿ ਕੀ ਕੁਛ ਹੁੰਦਾ। ਫਿਰ ਜਦੋਂ ਕੁਛ ਹੋ ਜਾਂਦਾ ਤਾਂ ਹੀ ਪਤਾ ਲੱਗਦਾ ਹੈ। ਸਭ ਕੁਛ ਹੋਣ ਤੋਂ ਬਾਅਦ, ਹਰ ਇੱਕ ਚੀਜ਼ ਗਵਾਉਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਅਸੀਂ ਕੀ ਗਵਾ ਲਿਆ, ਕੀ ਸਾਡੇ ਤੋਂ ਦੂਰ ਹੋ ਗਿਆ। ਜਦੋਂ ਤੁਹਾਨੂੰ ਲੱਗਦਾ ਹੈ ਕਿ ਜਦੋਂ ਆਪਣੇ ਉੱਪਰ ਹੀ ਆਏਗੀ ਤਾਂ ਹੀ ਤੁਸੀਂ ਸਾਰੇ ਸਮਝੋਗੇ ਕਿ ਚੱਲ ਕੀ ਰਿਹਾ। ਹੁਣ ਉੱਥੇ ਇੰਨੇ ਬੰਦੇ ਮਰ ਰਹੇ ਨੇ, ਸ਼ਹੀਦ ਹੋ ਰਹੇ ਨੇ, ਬੇਕਾਰ ਹੋ ਗਏ ਨੇ, ਆਪਣੀ ਕੰਟਰੀ ਛੱਡਤੀ ਹੈ ਯਾਰ। ਇਸ ਤੋਂ ਵੱਡਾ ਤੁਸੀਂ ਕੀ ਹੁਣ ਐਗਜ਼ਾਮਪਲ ਲੈ ਲਓਗੇ। ਜੋ ਤੁਹਾਡੇ ਉੱਪਰ ਹੀ ਆਏਗੀ ਗੱਲ ਤਾਂ ਹੀ ਤੁਸੀਂ ਮਤਲਬ ਘਰਾਂ ਤੋਂ ਬਾਹਰ ਨਿਕਲੋਗੇ, ਸਟੈਂਡ ਲਵੋਗੇ ਕਿਸੇ ਲਈ ਜਾਂ ਆਪਣੇ ਲਈ। ਵਰਲਡ ਵਾਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਦੋਂ ਤੁਹਾਡੇ ਉੱਪਰ ਆਏਗੀ ਤੁਸੀਂ ਉਦੋਂ ਹੀ ਗੱਲ ਲੈਣੀ ਆ। ਕਿਉਂ ਨਹੀਂ ਤੁਸੀਂ ਸਾਰੇ ਇਕੱਠੇ ਹੋ ਕੇ ਕੁਛ ਕਰਦੇ, ਇਸ ਗੱਲ ਨੂੰ ਅੱਗੇ ਲੈ ਕੇ ਜਾਂਦੇ, ਪ੍ਰੋਟੈਸਟ ਕਰਦੇ, ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਆਪਣੀ ਕੰਟਰੀਜ਼, ਆਪਣੀ ਸਿਟੀਜ਼ ਤੋਂ ਬਾਹਰ ਨਿਕਲ ਕੇ ਇਕਜੁੱਟਤਾ ਦਿਖਾਉਂਦੇ, ਤਾਂ ਹੀ ਕਿਤੇ ਵਰਲਡ ਵਾਰ ਰੁਕੂਗੀ ਨਾ। ਜੇ ਵਰਲਡ ਪੂਰਾ ਇਕੱਠਾ ਹੋਊਗਾ ਅੱਜ ਤਾਂ ਹੀ ਉਹ ਵਾਰ ਰੁਕਣ ਦਾ ਨਾਮ ਲਏਗੀ। ਦੀਪ ਸਿੱਧੂ ਜੀ ਤੇ ਜਾਣ ਤੋਂ ਬਾਅਦ ਹੀ ਲੋਕਾਂ ਨੂੰ ਉਹਨਾਂ ਦਾ ਮੁੱਲ ਪੈ ਰਿਹਾ, ਉਹਨਾਂ ਦੀ ਕਦਰ ਕਰ ਰਹੇ ਨੇ, ਉਹਨਾਂ ਨੂੰ ਸਮਝ ਰਹੇ ਨੇ, ਉਹਨਾਂ ਦੇ ਹਰ ਇੱਕ ਚੀਜ਼ ਨੂੰ ਦੇਖ ਰਹੇ ਨੇ ਬਾਰ-ਬਾਰ ਖੋਲ੍ਹ ਕੇ, ਉਹਨਾਂ ਦੀ ਸਪੀਚਿਸ ਨੂੰ ਸੁਣ ਰਹੇ ਨੇ, ਇਨਫੈਕਟ ਮੀ ਆਲਸੋ ਇਨਕਲੂਡਡ। ਬਟ ਗੱਲ ਇੱਥੇ ਤੱਕ ਹੀ ਕਿਉਂ ਸੀਮਿਤ ਰਹਿ ਜਾਂਦੀ ਹੈ? ਪਹਿਲਾਂ ਹੀ ਜੇ ਮੁੱਲ ਪਾਇਆ ਹੁੰਦਾ ਤਾਂ ਉਹੀ ਗੱਲ ਹੈ ਨਾ। ਹੁਣ ਲੜਾਈ ਚੱਲਦੀ ਪਈ ਹੈ, ਠੀਕ ਹੈ। ਜਦੋਂ ਆਪਣੇ ਉੱਪਰ ਆ ਗਈ ਜਾਂ ਹੋਰ ਕੰਟਰੀਆਂ ਵਿੱਚ ਵੱਧ ਗਈ, ਜੇ ਅਮਰੀਕਾ ਨੇ ਜਾਂ ਕਿਸੇ ਹੋਰ ਕੰਟਰੀ ਨੇ ਰੂਸ ਉੱਪਰ ਹਮਲਾ ਕਰ ਦਿੱਤਾ ਤਾਂ ਇਸ ਤੋਂ ਹੀ ਸਾਡੀ ਜੰਗ ਸ਼ੁਰੂ ਹੋ ਜਾਏਗੀ। ਬਟ ਗੱਲ ਇਹ ਹੈ ਕਿ ਸਾਰੇ ਡਰੇ ਬੈਠੇ ਹੈ ਕਿ ਨਹੀਂ, ਅਸੀਂ ਨਹੀਂ ਅੱਗੇ ਆਉਣਾ, ਕਿਉਂਕਿ ਰਸ਼ੀਆ ਡਰਾਈ ਜਾ ਰਿਹਾ ਅਤੇ ਸਾਰੇ ਲੋਕ ਡਰੀ ਜਾ ਰਹੇ ਨੇ। ਕਦੋਂ ਤੱਕ ਤੁਸੀਂ ਲੋਕ ਡਰਦੇ ਰਹੋਗੇ? ਸਵਾਲ ਤਾਂ ਇਹ ਹੈ ਨਾ। ਕਦੋਂ ਤੱਕ ਅਸੀਂ ਡਰ ਕੇ ਘਰਾਂ ਵਿੱਚ ਬੈਠੇ ਰਹਾਂਗੇ? ਉਦੋਂ ਤੱਕ ਅਸੀਂ ਆਪਣਾ ਗੁਜ਼ਾਰਾ ਕਰਦੇ ਰਹਾਂਗੇ ਇੱਦਾਂ ਹੀ ਦੇਖ ਕੇ ਨਿਊਜ਼। ਕਦੋਂ ਤੱਕ ਸਕਰੋਲ ਕਰਦੇ ਰਹਾਂਗੇ? ਅੱਜ ਸਾਨੂੰ ਲੋੜ ਆ ਅਸੀਂ ਅੱਗੇ ਆਈਏ, ਘਰਾਂ ਤੋਂ ਬਾਹਰ ਨਿਕਲੀਏ, ਪ੍ਰੋਟੈਸਟ ਕਰੀਏ। ਇਹਨੂੰ ਐਜ਼ ਅ ਕੰਟਰੀ ਵਾਰ ਨਾ ਦੇਖੀਏ, ਐਜ਼ ਅ ਵਰਲਡ ਵਾਰ ਹੀ ਦੇਖੀਏ ਇਸ ਤੋਂ ਪਹਿਲਾਂ ਕਿ ਸੱਚੀ 'ਚ ਵਰਲਡ ਵਾਰ ਸਟਾਰਟ ਹੋ ਜਾਵੇ। ਔਰ ਜੇ ਇੰਡੀਆ ਵਿੱਚ ਇਹੋ ਜਿਹੀ ਲੜਾਈ ਸ਼ੁਰੂ ਹੋ ਗਈ ਕਿਤੇ, ਤਾਂ ਇੰਡੀਆ ਵਾਲਿਆਂ ਨੂੰ ਤਾਂ ਮੈਨੂੰ ਲੱਗਦਾ ਭੱਜਣ ਦਾ ਰਾਹ ਵੀ ਨਹੀਂ ਮਿਲਣਾ, ਕਿਉਂਕਿ ਪੋਪੂਲੇਸ਼ਨ ਹੀ ਇੰਨੀ ਹੈਗੀ ਹੈ ਇਸ ਕੰਟਰੀ ਵਿੱਚ। ਕੀ ਕਰੋਗੇ ਉਸ ਟਾਈਮ ਤੁਸੀਂ? ਤਾਂ ਵੀ ਤਾਂ ਅੱਗੇ ਆਓਗੇ, ਸਟੈਂਡ ਲਓਗੇ ਨਾ ਕਿ ਅਸੀਂ ਲੜਨ ਨੂੰ ਤਿਆਰ ਹਾਂ, ਅਸੀਂ ਆਪਣੀ ਕੰਟਰੀ ਲਈ ਲੜਨ ਲਈ ਤਿਆਰ ਹਾਂ। ਤੁਸੀਂ ਉਸ ਚੀਜ਼ ਦੀ ਵੇਟ ਕਰਦੇ ਪਿਓ ਕਿ ਜਦੋਂ ਤੁਹਾਡੇ ਉੱਪਰ ਹੈਗੀ ਤਾਂ ਹੀ ਤੁਸੀਂ ਅੱਗੇ ਆਉਣਾ। ਜੇ ਇੱਦਾਂ ਹੀ ਘਰਾਂ ਵਿੱਚ ਡਰ ਕੇ ਬੈਠਣਾ, ਯੂਕਰੇਨ ਵਾਸਤੇ ਨਹੀਂ ਸਪੋਰਟ ਕਰਨੀ, ਨਹੀਂ ਅੱਗੇ ਆ ਕੇ ਉਹਨਾਂ ਲਈ ਸਟੈਂਡ ਲੈਣਾ, ਤਾਂ ਮੈਨੂੰ ਲੱਗਦਾ ਫਿਰ ਜੇ ਐਵੇਂ ਸਾਡੇ ਗੁਰੂ ਕਰਨ ਲੱਗ ਪੈਂਦੇ, ਗੁਰੂ ਗੋਬਿੰਦ ਸਿੰਘ ਜੀ ਆਪਣੀ ਕੌਮ ਨੂੰ ਇੰਪੋਰਟੈਂਸ ਨਾ ਦਿੰਦੇ, ਆਪਣੀ ਫੈਮਿਲੀ ਨੂੰ ਹੀ ਦਿੰਦੇ, ਤਾਂ ਅੱਜ ਇੰਨਾ ਇਤਿਹਾਸ ਨਹੀਂ ਰਚਿਆ ਜਾਣਾ ਸੀਗਾ। ਜੇ ਡਰ ਕੇ ਬਹਿ ਜਾਂਦੇ ਹੋ ਹਕੂਮਤ ਦੇ ਖਿਲਾਫ, ਤੁਹਾਨੂੰ ਮੈਸੇਜਿਸ ਇੰਨੇ ਮਤਲਬ ਐਗਜ਼ਾਮਪਲ ਸੈੱਟ ਆ, ਫਿਰ ਵੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਹੈ ਕਿ ਡਰਨਾ ਹੀ ਨਹੀਂ ਹੁੰਦਾ ਸਭ ਕੁਛ। ਡਰ ਦੇ ਅੱਗੇ ਹੀ ਜਿੱਤ ਹੁੰਦੀ ਆ। ਸਾਰੇ ਬੈਠੇ ਕਿ ਜੇ ਅਸੀਂ ਪੰਗਾ ਲੈ ਲਏ ਤਾਂ ਸਾਡੇ ਉੱਪਰ ਗੱਲ ਆ ਜਾਊਗੀ। ਕੋਈ ਸਟੈਪ ਅੱਗੇ ਲੈਣ ਨੂੰ ਤਿਆਰ ਨਹੀਂ ਹੈ। ਪ੍ਰੋਟੈਸਟ ਤਾਂ ਬਹੁਤ ਦੂਰ ਦੀ, ਲੜਾਈ ਤਾਂ ਬਹੁਤ ਦੂਰ ਦੀ ਗੱਲ ਹੈ। ਕੋਈ ਪ੍ਰੋਟੈਸਟ ਹੀ ਨਹੀਂ ਕਰ ਰਿਹਾ, ਘਰ ਦੇ ਬਾਹਰ ਆ ਕੇ ਕੋਈ ਇਕੱਠਾ ਹੀ ਨਹੀਂ ਹੁੰਦਾ। ਫਿਰ ਜਦ ਸਭ ਕੁਛ ਬਰਬਾਦ ਹੋਣਾ ਸ਼ੁਰੂ ਹੋ ਜਾਏਗਾ ਜਾਂ ਹੋ ਗਿਆ, ਤਾਂ ਹੀ ਤੁਸੀਂ ਰਹੋਗੇ ਬੈਠ ਕੇ ਜਾਨਾਂ ਨੂੰ ਲੋਕਾਂ ਦੀਆਂ, ਜਿਹੜੇ ਚਲੇ ਜਾਂਦੇ ਆ ਦੁਨੀਆ ਛੱਡ ਕੇ, ਵੀ ਆਹ ਕੁਛ ਹੋ ਗਿਆ, ਆਹ ਕੁਛ ਹੋ ਗਿਆ। ਫਿਰ ਤੁਸੀਂ ਕੈਂਡਲ ਮਾਰਚ ਕੱਢੋਗੇ ਸਭ ਦੇ ਲਈ। ਕਿਸ ਲਈ ਕੱਢੋਗੇ? ਫਿਰ ਗੱਲ ਤਾਂ ਇਹ ਹੈ ਨਾ, ਅੱਜ ਤੁਸੀਂ ਇਕੱਲੇ ਦੀਪ ਸਿੱਧੂ ਜੀ ਲਈ ਕੈਂਡਲ ਮਾਰਚ ਕੱਢਿਆ, ਕੱਲ੍ਹ ਨੂੰ ਹੋਰ ਜਾਨਾਂ ਜਾਣਗੀਆਂ, ਅਤੇ ਕਿਹਦੇ ਲਈ ਤੁਸੀਂ ਕੈਂਡਲ ਮਾਰਚ ਕੱਢੋਗੇ? ਅਤੇ ਬਾਅਦ 'ਚੋਂ ਹੀ ਕੁਛ ਕਰਨਾ ਹੁੰਦਾ ਤੁਸੀਂ ਲੋਕਾਂ ਨੇ ਜਾਂ ਅਸੀਂ ਲੋਕਾਂ ਨੇ। ਅੱਜ ਵੀ ਕੋਈ ਸਟੈਂਡ ਨਹੀਂ ਲੈ ਰਿਹਾ। ਜਵਾਬ ਤਾਂ ਦੇਣਾ ਹੀ ਪੈਣਾ ਨਾ ਰਸ਼ੀਆ ਨੂੰ। ਇੰਨੀਆਂ ਜਾਨਾਂ ਉੱਥੇ ਜਾ ਰਹੀਆਂ ਨਾ, ਲੋਕਾਂ ਦੇ ਘਰ ਬਰਬਾਦ ਹੋ ਰਹੇ ਨੇ, ਸਭ ਕੁਛ ਛੱਡ ਕੇ ਲੋਕ ਰਿਫਿਊਜੀ ਬਣ ਗਏ ਨੇ
ਕਿ ਉਹ ਘੱਟ ਆ? ਪਤਾ ਨਹੀਂ ਲੋਕ ਅੱਜ ਕੱਲ੍ਹ ਕੀ ਮਤਲਬ ਹਰ ਇੱਕ ਚੀਜ਼ ਨੂੰ ਯਾਰ, ਛੋਟੀ ਗੱਲ ਹੋਵੇ ਵੱਡੀ, ਹਰ ਇੱਕ ਚੀਜ਼ ਨੂੰ ਲਾਈਟਲੀ ਲੈ ਕੇ ਬੈਠੇ ਹੋਏ ਨੇ, ਆਪਣੇ ਆਪਣੇ ਕੰਮਾਂ 'ਚ ਲੱਗੇ ਹੋਏ ਨੇ। ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਰੋਟੀ ਖਾ ਰਿਹਾ, ਕੋਈ ਸ਼ਾਪਿੰਗ ਕਰ ਰਿਹਾ, ਕੋਈ ਮਾਰਕੀਟ, ਕਿਸੇ ਨੂੰ ਹੈ ਨਹੀਂ ਹੈ ਬਸ ਹਾਂਜੀ ਕੀ ਚੱਲ ਰਿਹਾ ਨਿਊਜ਼ ਵਿੱਚ ਦੱਸੋ, ਦੈਟਸ ਇਟ ਓਨਲੀ, ਹੋਰ ਕੁਛ ਨਹੀਂ। ਹਜੇ ਵੀ ਵਕਤ ਆ, ਵਕਤ ਰਹਿੰਦੇ ਹੀ ਜੇ ਹਜੇ ਵੀ ਵਕਤ ਆ, ਲੋਕੀ ਸਾਰਾ ਵਰਲਡ ਇਕੱਠਾ ਹੋ ਜਾਵੇ, ਕੋਈ ਪ੍ਰੋਟੈਸਟ ਕਰੇ ਜਾਂ ਕੁਛ ਕਰੇ ਜਾਂ ਮੀਟਿੰਗ ਕਰੇ ਵੱਡੇ ਲੈਵਲ 'ਤੇ, ਕੋਈ ਹੱਲ ਨਿਕਲੇ, ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੇ ਜਾਂ ਰਸ਼ੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰੋ ਜਾਂ ਕੁਛ ਵੀ, ਤਾਂ ਹੋ ਸਕਦਾ ਅੱਜ ਸਾਡਾ ਵਰਲਡ ਬਹੁਤ ਹੀ ਵੱਡੇ ਖਤਰੇ 'ਚ ਹੈਗਾ ਆ, ਤਾਂ ਬਚ ਜਾਵੇ। ਡਰ ਕੇ ਤੁਸੀਂ ਇੱਕ ਆਪਣੀ ਕੰਟਰੀ ਬਚਾ ਲਓਗੇ, ਰਾਈਟ? ਅਮਰੀਕਾ ਸੋਚਦਾ ਹੈ ਕਿ ਚਲੋ, ਜਾਂ ਕੋਈ ਹੋਰ ਕੰਟਰੀ ਵੀ, ਅਸੀਂ ਕਿਉਂ ਰਿਪਲਾਈ ਕਰੀਏ ਰਸ਼ੀਆ ਨੂੰ ਲੜ ਕੇ ਲੜਾਈ ਦਾ। ਗੱਲ ਇਹ ਨਹੀਂ ਹੈ, ਡਰ ਕੇ ਕਦੀ ਜਿੱਤ ਜਾਂ ਹਾਸਿਲ ਨਹੀਂ ਕੀਤੀ ਜਾਂਦੀ। ਅੱਗੇ ਤਾਂ ਵਧਣਾ ਹੀ ਪੈਣਾ ਨਾ ਕਿਸੇ ਨੂੰ, ਬਾਅਦ ਵਿੱਚ ਵੀ ਤਾਂ ਵਧੋਗੇ ਹੀ ਨਾ। ਜਦ 2-3 ਲੜਾਈਆਂ ਕੰਟਰੀਜ਼ ਦੀ ਹੋਣ ਲੱਗ ਪਈਆਂ ਤਾਂ ਵੀ ਤਾਂ ਯਾਰ ਸਾਰੇ ਅੱਗੇ ਆਓਗੇ ਹੀ ਨਾ। ਤੁਸੀਂ ਉਸ ਚੀਜ਼ ਦਾ ਵੇਟ ਕਰ ਰਹੇ ਹੋ। ਉਹ ਸਭ ਨਾ ਹੋਵੇ, ਵਰਲਡ ਵਾਰ ਨਾ ਹੋਵੇ, ਤਾਂ ਤੁਸੀਂ ਪਹਿਲਾਂ ਹੀ ਕਿਉਂ ਨਹੀਂ ਕੁਛ ਕਰਦੇ ਸਾਰੇ ਮਿਲ ਕੇ? ਕਿਉਂ ਵੇਟ ਕਰ ਰਹੇ ਹੋ ਕਿ ਅੱਗੇ ਕੀ ਹੁੰਦਾ, ਅੱਗੇ ਕੀ ਹੁੰਦਾ? ਕੁਛ ਤਾਂ ਕਰੋ ਯਾਰ। ਅਸੀਂ ਕਿਸਾਨੀ ਅੰਦੋਲਨ ਤੋਂ ਹੀ ਦੇਖਿਆ ਹੈ ਕਿ ਕਿਵੇਂ ਸਾਰੇ ਲੋਕੀ ਘਰਾਂ ਤੋਂ ਬਾਹਰ ਆ ਗਏ, ਪੰਜਾਬ, ਹਰਿਆਣਾ ਦੇ ਹੋਰ ਵੱਖ-ਵੱਖ ਸਟੇਟਸ ਦੇ। ਉਹਨਾਂ ਨੇ ਕੋਸ਼ਿਸ਼ ਕੀਤੀ, ਹਿੰਮਤ ਕੀਤੀ, ਪਹਿਲਾਂ ਹੀ ਡਰ ਕੇ ਬੈਠ ਜਾਂਦੇ ਜਾਂ ਸੋਚਦੇ ਨਹੀਂ ਕੁਛ ਨਹੀਂ ਬਣਨਾ ਜੀ, ਤਾਂ ਫਿਰ ਆਈ ਥਿੰਕ ਉਹ ਜਿੱਤ ਨਾ ਪਾਉਂਦੇ। ਅੱਗੇ ਆਏ, ਕਾਫੀ ਲੋਕ ਸ਼ਹੀਦ ਹੋਏ, ਉੱਥੇ ਬੈਠੇ ਰਹੇ, ਤਾਂ ਹੀ ਕਿਤੇ ਅੱਗੇ ਜਾ ਕੇ ਉਹਨਾਂ ਨੂੰ ਜਿੱਤ ਹਾਸਿਲ ਹੋਈ। ਉਹਨਾਂ ਨੇ ਇੱਕ ਸਟੈਪ ਚੱਕਿਆ ਤਾਂ ਉਹ ਜਿੱਤ ਗਏ। ਅਗਰ ਨਾ ਇਹ ਸਭ ਹੁੰਦਾ ਤਾਂ ਹੋਰ ਪਤਾ ਨਹੀਂ ਕੀ ਅੱਗੇ ਹੋਰ ਹੋਣਾ। ਲੋਕਾਂ ਨੂੰ ਪਤਾ ਨਹੀਂ ਲੱਗਣਾ ਸੀ ਵੀ ਐਵੇਂ ਵੀ ਅੰਦੋਲਨ ਕਰਕੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ। ਉਹੀ ਗੱਲ ਹੈ, ਹੁਣ ਵੀ ਤੁਸੀਂ ਜੇ ਕੁਛ ਨਹੀਂ ਕੀਤਾ ਤਾਂ ਫਿਰ ਅੱਗੇ ਪਤਾ ਨਹੀਂ ਕੀ ਗਵਾ ਲਓਗੇ। ਆਈ ਥਿੰਕ ਇੱਕ ਪਾਸੇ ਅਸੀਂ ਮੰਨ ਸਕਦੇ ਹਾਂ ਵੀ ਚਲੋ ਕੋਈ ਵੀ ਕੰਟਰੀ ਅੱਗੇ ਹੁਣ ਨਹੀਂ ਆਉਣਾ ਚਾਹੁੰਦੀ, ਸਪੋਰਟ ਨਹੀਂ ਕਰਨਾ ਚਾਹੁੰਦੀ ਯੂਕਰੇਨ ਦਾ, ਕਿਉਂਕਿ ਸਾਰੇ ਆਪਣੇ ਆਪਣੀ ਕੰਟਰੀ ਨੂੰ ਬਚਾਉਣਾ ਚਾਹੁੰਦੇ ਆ, ਆਪਣੇ ਸਿਟੀਜ਼ਨਸ ਨੂੰ, ਠੀਕ ਹੈ, ਮੰਨ ਲਿਆ। ਲੇਕਿਨ ਇੰਨਾ ਤਾਂ ਕਰ ਸਕਦੇ ਹੋ ਨਾ ਕਿ ਯੂਕਰੇਨ ਨੂੰ ਸਪੋਰਟ ਤਾਂ ਕਰ ਸਕਦੇ ਹੋ ਨਾ, ਘਰ ਬੈਠ ਕੇ ਜਾਂ ਬਾਹਰ ਨਿਕਲ ਕੇ। ਸਾਡੇ ਗੁਰੂਆਂ ਨੇ ਸਿਖਾਇਆ, ਦੱਸਿਆ ਸਰਬੱਤ ਦਾ ਭਲਾ ਕਰਨਾ। ਇੱਥੇ ਸਾਰੇ ਆਪਣੇ ਆਪਣੇ ਬਾਰੇ ਸੋਚ ਕੇ ਬੈਠੇ ਹੋਏ ਨੇ ਕਿ ਜਦੋਂ ਸਾਡੇ ਉੱਤੇ ਆਈ ਉਦੋਂ ਦੇਖਾਂਗੇ। ਐ ਨਹੀਂ ਹੁੰਦੇ ਯਾਰ ਸਰਬੱਤ ਦੇ ਭਲੇ, ਅੱਗੇ ਆਉਣਾ ਪੈਂਦਾ ਹੈ, ਭਾਵੇਂ ਲੜਾਈ ਆਪਣੇ ਘਰ ਲੱਗੀ ਹੋਵੇ ਜਾਂ ਕਿਤੇ ਹੋਰ। ਗਲਤ ਹੋ ਰਿਹਾ ਹੈ ਤਾਂ ਗਲਤ ਦਾ ਸਾਥ ਨਾ ਦਿਓ, ਪਰ ਗਲਤ ਦੇ ਖਿਲਾਫ ਆਵਾਜ਼ ਤਾਂ ਉਠਾ ਹੀ ਸਕਦੇ ਹੋ। ਇਨਸਾਨੀਅਤ ਨੂੰ ਖ਼ਤਮ ਨਾ ਕਰਦੇ ਜਾਵੋ। ਆਪਣੇ ਕੰਮਾਂ ਕਾਰਾਂ 'ਚੋਂ ਬਾਹਰ ਆ ਕੇ ਇਨਸਾਨੀਅਤ ਜਗਾਓ ਆਪਣੀ, ਕੋਈ ਸਟੈਂਡ ਲਵੋ ਬਾਹਰ ਆ ਕੇ, ਕੁਛ ਤਾਂ ਫਾਇਦਾ ਹੋਵੇ ਦੁਨੀਆ 'ਚ ਆਏ ਦਾ। ਦੀਪ ਸਿੱਧੂ ਦੀ ਸੋਚ 'ਤੇ ਪੈਰਾ ਦੇਵਾਂਗੇ। ਕੌਣ ਦੇ ਰਿਹਾ ਇਸ ਟਾਈਮ? ਮੈਨੂੰ ਤਾਂ ਨਹੀਂ ਲੱਗਦਾ ਕੋਈ ਆਪਣਾ ਦੇ ਰਿਹਾ ਇੱਥੇ। ਤੁਹਾਨੂੰ ਨਹੀਂ ਪਤਾ ਕਿ ਜਦੋਂ ਜੇ ਦੀਪ ਸਿੱਧੂ ਜੀ ਅੱਜ ਹੁੰਦੇ ਜਿੰਦਾ ਅਤੇ ਉਹਨਾਂ ਨੇ ਕੀ ਕੁਛ ਨਹੀਂ ਬੋਲਣਾ ਸੀ, ਅਤੇ ਆਈ ਥਿੰਕ ਬਹੁਤ ਕੁਛ ਕਰਨਾ ਵੀ ਸੀਗਾ ਲੋਕਾਂ ਨੂੰ ਜਾਗਰੂਕ। ਫਿਰ ਤੁਸੀਂ ਉਹ ਚੀਜ਼ ਕਿਉਂ ਨਹੀਂ ਕਰ ਰਹੇ? ਕਿਉਂ ਤੁਹਾਨੂੰ ਹਮੇਸ਼ਾ ਇੱਕ ਲੀਡਰ ਜਾਂ ਕੋਈ ਇੱਕ ਆਗੂ ਹੀ ਚਾਹੀਦਾ ਹੁੰਦਾ ਹੈ ਜੋ ਤੁਹਾਨੂੰ ਅੱਗੇ ਲੀਡ ਕਰੇ? ਫਿਰ ਤੁਸੀਂ ਮਗਰ ਲੱਗੋ, ਫਿਰ ਤੁਸੀਂ ਸਭ ਬੋਲੋ ਜੀ ਹਾਂਜੀ ਬਹੁਤ ਸਹੀ ਹੈ, ਸਭ ਕੁਝ ਵਧੀਆ, ਅਸੀਂ ਸਾਥ ਦੇਵਾਂਗੇ। ਤੁਹਾਡੇ ਅੰਦਰ ਆਪਣੇ ਅੰਦਰ ਕੋਈ ਲੀਡਰਸ਼ਿਪ ਦੀ ਕੁਆਲਿਟੀ ਹੈ ਨਹੀਂ, ਤੁਸੀਂ ਜਗਾ ਨਹੀਂ ਸਕਦੇ। ਤੁਸੀਂ ਆਪ ਹੀ ਲੀਡਰ ਕਿਉਂ ਨਹੀਂ ਬਣ ਕੇ ਬਾਹਰ ਆਉਂਦੇ? ਕਿਉਂ ਅਸੀਂ ਹਰ ਕਿਸੇ 'ਤੇ ਉੱਪਰ ਡਿਪੈਂਡ ਹੋਏ ਫਿਰਦੇ ਹਾਂ? ਸਰਬੱਤ ਦਾ ਭਲਾ ਕਹਿਣਾ ਤਾਂ ਬਹੁਤ ਸੌਖੀ ਗੱਲ ਆ, ਪਰ ਇਸ ਚੀਜ਼ ਨੂੰ ਕਰਨਾ ਜਾਂ ਸਮਝਣਾ ਬਹੁਤ ਵੱਡੀ ਗੱਲ ਆ। ਕਹਿਣਾ ਆਸਾਨ ਆ, ਕਰਨਾ ਬਹੁਤ ਔਖਾ ਆ।
ਮੰਗਣਾ ਬਹੁਤ ਸੌਖਾ ਆ, ਸਰਬੱਤ ਦਾ ਭਲਾ ਮੰਗਦੇ ਹਾਂ ਜੀ ਅਸੀਂ ਗੁਰਦੁਆਰੇ ਵਿੱਚ ਜਾ ਕੇ। ਅੱਜ ਜਦ ਪੂਰੇ ਵਰਲਡ ਵਿੱਚ ਕੁਝ ਐਵੇਂ ਦਾ ਸਿਸਟਮ ਚੱਲ ਰਿਹਾ ਇੱਕ ਜਗ੍ਹਾ 'ਤੇ, ਕਿਉਂ ਨਹੀਂ ਤੁਸੀਂ ਅੱਗੇ ਆ ਰਹੇ? ਹੁਣ ਕਿੱਥੇ ਗਿਆ ਸਰਬੱਤ ਦਾ ਭਲਾ? ਫਿਰ ਗੱਲ ਉੱਥੇ ਹੀ ਮੁੱਕਦੀ ਆ ਕੇ, ਜੋ ਦੀਪ ਸਿੱਧੂ ਜੀ ਨੇ ਕਹੀ ਸੀ ਕਿ ਤੁਸੀਂ ਸਿਰਫ ਬਰਸੀਆਂ ਮਨਾਉਣ ਜੋਗੇ ਹੀ ਹੋ, ਇਤਿਹਾਸ ਤੁਹਾਨੂੰ ਸਿਰਜਣਾ ਨਹੀਂ ਆਉਂਦਾ। ਪਰ ਜਿਹੜੇ ਲੋਕ ਉੱਥੇ ਮਰ ਰਹੇ ਨੇ ਜਾਂ ਅੱਗੇ ਹੋਰ ਕੀ ਪਤਾ ਅੱਗੇ ਕਿੰਨਾ ਨੁਕਸਾਨ ਹੋਣਾ ਹੈ ਜਾਨਾਂ ਦਾ, ਫਿਰ ਤੁਸੀਂ ਬਾਅਦ 'ਚ ਬੈਠ ਕੇ ਸਾਰੇ ਆਪਣੀ ਆਪਣੀ ਕੰਟਰੀਜ਼ ਵਿੱਚ ਬੈਠ ਕੇ ਨਾ ਲਿਖਿਓ #Ukraine, #support you, #peace, #rest in peace। ਆਹੀ ਲਿਖਿਓ, ਫਿਰ ਬਰਸੀਆਂ ਹੀ ਮਨਾਇਓ ਫਿਰ ਉਹਨਾਂ ਦੀਆਂ, ਫਿਰ ਲਿਖਿਓ ਇੰਨੇ ਕਾਊਂਟਿੰਗਸ ਵਿੱਚ ਲਿਖਿਓ ਕਿ ਇੰਨੇ ਬੰਦੇ ਮਰ ਗਏ ਸੀਗੇ, ਇੰਨਾ ਹੋ ਗਿਆ ਸੀਗਾ, ਉਹ ਹੋ ਗਿਆ ਸੀ। ਆਹੀ ਕਰ ਸਕਦੇ ਹੋ। ਸਹੀ ਕਹਿ ਰਹੇ ਸੀਗੇ, ਹੋਂਦ ਦੀ ਲੜਾਈ ਹੀ ਚੱਲਦੀ ਪਈ ਹੈ, ਹਜੇ ਤੱਕ ਚੱਲ ਰਹੀ ਹੈ।